Hello, students. Today we are going to discuss the topic number 23, which is chapter 26 of your book about type and concept of violence. ਵਾਇਲੈਂਸ ਵਰਡ ਅਸੀਂ ਸਾਰਿਆਂ ਨੇ ਆਪਣੀ ਲਾਈਫ 'ਚ ਸੁਣਿਆ ਹੋਏਗਾ। ਜਦੋਂ ਅਸੀਂ ਪਹਿਲੀ ਵਾਰੀ ਇਸ ਵਰਡ ਨੂੰ ਸੁਣਦੇ ਹਾਂ ਜਾਂ ਗੱਲ ਕਰਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਵਾਇਲੈਂਸ ਦਾ ਮਤਲਬ ਆਉਂਦਾ ਮਾਰਨਾ, ਕਿਸੇ ਨੂੰ ਥੱਪੜ ਮਾਰਨਾ, ਕੁੱਟਣਾ, ਇਹੀ ਆਉਂਦਾ ਹੈ। ਪਰ ਵਾਇਲੈਂਸ ਇੱਕ ਬਰੋਡ ਕਨਸੈਪਟ ਆ ਜਿਹਦੇ ਵਿੱਚ ਕਿ ਫਿਜ਼ੀਕਲ ਵਾਇਲੈਂਸ ਦੇ ਨਾਲ ਨਾਲ ਸਾਈਕੋਲੋਜੀਕਲ, ਇਮੋਸ਼ਨਲ, ਇਕਨੋਮਿਕ ਵਾਇਲੈਂਸ, ਇਹ ਸਾਰੀਆਂ ਡਿਮੈਂਸ਼ਨਸ ਵੀ ਆਉਂਦੀਆਂ ਹੈ। ਤਾਂ ਅਸੀਂ ਅੱਜ ਡਿਸਕਸ ਕਰਾਂਗੇ ਕਿ ਵਾਇਲੈਂਸ ਕੀ ਹੈ ਅਤੇ ਇਹਦੀਆਂ ਕਿਹੜੀਆਂ ਟਾਈਪਸ ਹੈ। ਸੋ ਪਹਿਲਾਂ ਤਾਂ ਡੈਫੀਨੇਸ਼ਨ, ਵਾਇਲੈਂਸ ਕੀ ਹੈ? ਕੋਈ ਵੀ ਇਹੋ ਜਿਹਾ ਐਕਟ ਜਾਂ ਐਕਸ਼ਨ ਕਿਸੇ ਪਰਸਨ ਦਾ ਜਿਹਦੇ ਨਾਲ ਜਾਂ ਜਿਹਦੇ ਇੰਟੈਂਸ਼ਨ ਇਹ ਹੋਵੇ ਕਿ ਤੁਸੀਂ ਦੂਸਰੇ ਨੂੰ ਇਮੋਸ਼ਨਲੀ, ਫਿਜ਼ੀਕਲੀ, ਸਾਈਕੋਲੋਜੀਕਲੀ ਜਾਂ ਇਕਨੋਮਿਕਲੀ ਹਾਰਮ ਕਰਨਾ ਚਾਹੁੰਦੇ ਆ, ਦੈਟ ਐਕਟ ਇਜ਼ ਨੋਨ ਐਜ਼ ਐਕਟ ਆਫ ਵਾਇਲੈਂਸ। ਜਿਸ ਐਕਟ ਦੀ ਇੰਟੈਂਸ਼ਨ ਹੈ ਹਾਰਮ ਕਰਨਾ, ਚਾਹੇ ਉਹ ਹਾਰਮ ਫਿਜ਼ੀਕਲ ਹੋਵੇ, ਚਾਹੇ ਇਮੋਸ਼ਨਲ ਹਾਰਮ ਹੋਵੇ, ਚਾਹੇ ਇਕਨੋਮਿਕਲ ਹਾਰਮ ਹੋਵੇ, ਤਾਂ ਇਹ ਸਾਰੇ ਐਕਟ ਜਿਹੜੇ ਆ ਉਹ ਵਾਇਲੈਂਸ ਦੀ ਡੈਫੀਨੇਸ਼ਨ ਦੇ ਵਿੱਚ ਆਉਂਦੇ ਆ। ਹੁਣ ਗੱਲ ਕਰਦੇ ਹਾਂ ਟਾਈਪ ਆਫ ਵਾਇਲੈਂਸ ਦੀ। ਤਾਂ ਜਿਹੜੀ ਇਹਦੀ ਟਾਈਪ ਹੈ ਉਹ ਡਿਸਕਸ ਕਰਨ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੂੰਗੀ ਕਿ ਵਾਇਲੈਂਸ ਹੁੰਦੀ ਕਿਉਂ ਹੈ, ਵਾਈ ਦੇਅਰ ਇਜ਼ ਵਾਇਲੈਂਸ ਇਨ ਆਵਰ ਸੋਸਾਇਟੀ। ਤਾਂ ਵਾਇਲੈਂਸ ਦੇ ਬਹੁਤ ਸਾਰੇ ਰੀਜ਼ਨ ਹੋ ਸਕਦੇ ਆ। ਜਿਹੜੀ ਮੇਨ ਚੀਜ਼ ਦੇਖਣ 'ਚ ਆਉਂਦੀ ਹੈ ਕਿ ਜਿੱਥੇ ਵੀ ਇਨਕੁਐਲਿਟੀ ਆ, ਚਾਹੇ ਉਹ ਇਨਕੁਐਲਿਟੀ ਤੁਹਾਡੀ ਫਿਜ਼ੀਕਲ ਪਾਵਰ ਦੀ ਹੋਵੇ, ਚਾਹੇ ਤੁਹਾਡੇ ਇਕਨੋਮਿਕਲ ਸਟੇਟਸ ਦੀ ਇਨਕੁਐਲਿਟੀ ਹੋਵੇ, ਚਾਹੇ ਤੁਹਾਡੇ ਇਮੋਸ਼ਨਲ ਜਿਹੜਾ ਸਟੇਟਸ ਆ ਉਹਦੀ ਇਨਕੁਐਲਿਟੀ ਹੋਵੇ, ਉੱਥੇ ਜਿਹੜੇ ਇਹ ਵਾਇਲੈਂਸ ਮੌਜੂਦ ਹੁੰਦੀ ਹੈ, ਵਾਇਲੈਂਸ ਹੋ ਸਕਦੀ ਹੈ। ਔਰ ਅਸੀਂ ਆਪਣੀ ਸੁਸਾਇਟੀ 'ਚ ਦੇਖ ਰਹੇ ਹਾਂ ਹਰ ਤਰ੍ਹਾਂ ਦੇ ਜਿਹੜੀ ਵਾਇਲੈਂਸ ਆ ਉਹ ਸਾਡੀ ਫੈਮਲੀਜ਼ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਸਾਡੇ ਵਰਕ ਪਲੇਸਿਸ ਦੇ ਵਿੱਚ, ਸਾਡੇ ਸਕੂਲ 'ਚ, ਸਾਡੇ ਚੌਗਿਰਦੇ ਮੌਜੂਦ ਹੈ। ਸੋ ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਆ ਅਤੇ ਉਹਨਾਂ ਦੀ ਰੈਮਡੀਜ਼ ਕੀ ਆ ਉਹਦੇ ਬਾਰੇ ਵੀ ਅਸੀਂ ਡਿਸਕਸ ਕਰਨਾ ਆ। ਦੇਖੋ, ਵਾਇਲੈਂਸ ਜਿੰਨਾ ਬੰਦਾ ਜਿਹੜਾ ਕਰਦਾ ਹੈ ਵਾਇਲੈਂਸ, ਉਹਦੇ ਲਈ ਵੀ ਹਾਰਮਫੁਲ ਹੈ, ਕਿਉਂਕਿ ਦਿਸ ਇਜ਼ ਪਨਿਸ਼ੇਬਲ ਐਕਟ। ਅਤੇ ਜਿਹਦੇ ਉੱਤੇ ਵਾਇਲੈਂਸ ਹੁੰਦੀ ਹੈ ਉਹ ਹਰ ਤਰ੍ਹਾਂ ਦੇ ਨਾਲ ਉਹਦੀ ਲਾਈਫ ਜਿਹੜੀ ਆ ਉਹ ਖਰਾਬ ਹੁੰਦੀ ਹੈ, ਉਹਦੀ ਲਾਈਫ ਜਿਹੜੀ ਹੈ ਜਾਂ ਉਹਦਾ ਜਿਹੜਾ ਜੀਣਾ ਮੁਸ਼ਕਿਲ ਹੋ ਜਾਂਦਾ ਆ। ਇਸ ਕਰਕੇ ਇਹ ਜਿਹੜੀ ਵਾਇਲੈਂਸ ਹੈ ਜਾਂ ਤਸ਼ੱਦਦ ਆ, ਇਹਨੂੰ ਰੋਕਣਾ, ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸੋ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਡੋਮੈਸਟਿਕ ਵਾਇਲੈਂਸ। ਤਾਂ ਡੋਮੈਸਟਿਕ ਵਾਇਲੈਂਸ ਹੁੰਦੀ ਹੈ ਜਿਹੜੀ ਤੁਹਾਡੇ ਘਰ ਦੀ ਚਾਰ ਦੀਵਾਰੀ ਦੇ ਅੰਦਰ ਤੁਹਾਡੇ ਆਪਣੇ ਫੈਮਿਲੀ ਮੈਂਬਰਸ ਦੁਆਰਾ ਜਾਂ ਕੋਈ ਬਾਹਰਲਾ ਬੰਦਾ ਵੀ ਇੱਕ ਡੋਮੈਸਟਿਕ ਸੈਟਿੰਗ ਦੇ ਵਿੱਚ ਅਗਰ ਉਹ ਤਸ਼ੱਦਦ ਕਰਦਾ ਹੈ ਕਿਸੇ ਦੂਸਰੇ ਬੰਦੇ ਦੇ ਨਾਲ, ਉਹਨੂੰ ਅਸੀਂ ਡੋਮੈਸਟਿਕ ਵਾਇਲੈਂਸ ਕਹਿੰਦੇ ਹਾਂ। ਤਾਂ ਡੋਮੈਸਟਿਕ ਵਾਇਲੈਂਸ ਦੇ ਵਿੱਚ ਵੀ ਅਗੇਨ ਇਟ ਇਜ਼ ਨਾਟ ਜਸਟ ਅਬਾਊਟ ਫਿਜ਼ੀਕਲ ਵਾਇਲੈਂਸ, ਇਟ ਕੈਨ ਇਨਕਲੂਡ ਇਮੋਸ਼ਨਲ, ਮੈਂਟਲੀ ਅਗਰ ਤੁਹਾਨੂੰ ਕੋਈ ਹਾਰਮ ਪਹੁੰਚਾਉਣਾ ਚਾਹੁੰਦਾ, ਸਾਈਕੋਲੋਜੀਕਲੀ ਅਗਰ ਤੁਹਾਨੂੰ ਕੋਈ ਸਟਰੈਸ ਕਰ ਰਿਹਾ, ਇਕਨੋਮਿਕਲੀ ਅਗਰ ਤੁਹਾਨੂੰ ਕੋਈ ਤੁਹਾਡੇ ਰਾਈਟਸ ਛੀਨ ਰਿਹਾ, ਇਹ ਸਾਰਾ ਕੁਛ ਵਾਇਲੈਂਸ 'ਚ ਆਉਂਦਾ ਆ। ਡੋਮੈਸਟਿਕ ਵਾਇਲੈਂਸ ਦੇ ਵਿੱਚ ਯੂ ਕੈਨ ਸੀ ਹੈ ਕਿ ਕਾਲਿੰਗ ਨੇਮਸ, ਮਤਲਬ ਤੁਹਾਨੂੰ ਤੁਹਾਡੇ ਨਾਮ ਦੀ ਬਜਾਏ ਕੁਛ ਇਸ ਤਰ੍ਹਾਂ ਦਾ ਤੁਹਾਡਾ ਨਾਮ ਪਾਉਣਾ ਜਿਹਦੇ ਨਾਲ ਤੁਹਾਨੂੰ ਬੁਰਾ ਫੀਲ ਹੋਵੇ, ਤੁਹਾਨੂੰ ਹਰਟ ਮਹਿਸੂਸ ਹੋਵੇ, ਕੋਈ ਕਿਸੇ ਨੂੰ ਪੁੱਟ ਡਾਊਨ ਕਰਨਾ ਜਾਂ ਉਹਨੂੰ ਆਪਣੇ ਕੰਮ 'ਤੇ ਜਾਣ ਤੋਂ ਜਾਂ ਸਕੂਲ ਜਾਣ ਤੋਂ ਬੱਚੇ ਨੂੰ ਜਿੱਦਾਂ ਰੋਕਣਾ, ਇਹ ਵੀ ਉਹਦੇ ਅਗੇਂਸਟ ਵਾਇਲੈਂਸ ਆ। ਕਿਸੇ ਨੂੰ ਆਪਣੇ ਫੈਮਿਲੀ ਮੈਂਬਰ ਜਾਂ ਫਰੈਂਡਸ 'ਤੇ ਮਿਲਣ ਤੋਂ ਰੋਕਣਾ ਵੀ ਉਹਦੇ ਨਾਲ ਵਾਇਲੈਂਸ ਹੈ। ਦੈਨ ਤੁਸੀਂ ਕਿੱਦਾਂ ਦੇ ਕੱਪੜੇ ਪਾਉਂਦੇ ਹੋ, ਇਸ ਚੀਜ਼ ਨੂੰ ਕੰਟਰੋਲ ਕਰਨਾ, ਤੁਸੀਂ ਆਪਣੇ ਪੈਸੇ ਕਿੱਦਾਂ ਖਰਚਦੇ ਹੋ, ਠੀਕ ਹੈ, ਇਹਨੂੰ ਕੰਟਰੋਲ ਕਰਨਾ, ਕਿਸੇ ਚੀਜ਼ ਦੇ ਲਈ ਕਿਸੇ ਨੂੰ ਧਮਕੀ ਦੇਣਾ, ਥ੍ਰੈਟਨ ਕਰਨਾ, ਠੀਕ ਹੈ। ਅਤੇ ਬਾਕੀ ਫਿਜ਼ੀਕਲ ਵਾਇਲੈਂਸ ਯੂ ਨੋ ਇਟ ਵੈਰੀ ਵੈਲ ਕਿ ਉਹ ਸਾਰਾ ਕੁਛ ਜਿਹੜਾ ਅਗਰ ਡੋਮੈਸਟਿਕ ਤੁਹਾਡੇ ਆਲੇ ਦੁਆਲੇ
ਤੁਹਾਡੀ ਫੈਮਿਲੀ ਦੇ ਵਿੱਚ, ਤੁਹਾਡੇ ਘਰ ਦੇ ਵਿੱਚ ਅਗਰ ਇਸ ਤਰ੍ਹਾਂ ਦਾ ਵਾਤਾਵਰਨ ਹੁੰਦਾ ਜਾਂ ਇਸ ਤਰ੍ਹਾਂ ਦੀ ਐਕਟ ਹੁੰਦੇ ਆ, ਦੇ ਆਰ ਇਨਕਲੂਡਡ ਇਨ ਡੋਮੈਸਟਿਕ ਵਾਇਲੈਂਸ। ਦੈਨ ਦੀ ਨੈਕਸਟ टाइप ऑफ वायलेंस इज सेक्सुअल वायलेंस। तो सेक्सुअल वायलेंस की है एनी एक्ट दैट अटैम्प्ट टू obtain a sexual act by violence or coercion means कोई ज़बरदस्ती, जोर ज़बरदस्ती दे नाल किसी पर्सन नू मजबूर करना कोई सैक्सुअल एक्टिविटी दे लई, दैट कम्स अंडर सैक्सुअल वायलेंस अगेंस्ट वूमेन। सो इहदे विच देखो ये भी इनकलूड हुंदा है कि अगर कोई ਤੁਹਾਡੇ ਪ੍ਰਾਈਵੇਟ ਮੂਵਮੈਂਟਸ ਦੀ ਕੋਈ ਫੋਟੋਗ੍ਰਾਫੀ ਕਰਦਾ ਆ, ਉਹ ਵੀ ਤੁਹਾਡੇ ਵਾਇਲੈਂਸ ਦੇ ਵਿੱਚ ਆਉਂਦਾ ਆ। ਦੈਨ ਅਗਰ ਤੁਹਾਨੂੰ ਕੋਈ ਸੋਸ਼ਲ ਮੀਡੀਆ ਦੇ ਉੱਤੇ ਸਟੇਕ ਕਰਦਾ ਆ, ਤੁਹਾਨੂੰ ਉੱਥੇ ਧਮਕਾਉਂਦਾ ਆ, ਇਹ ਸਾਰੀਆਂ ਚੀਜ਼ਾਂ ਵੀ ਵਾਇਲੈਂਸ ਦੇ ਵਿੱਚ ਇਨਕਲੂਡ ਹੁੰਦੀਆਂ। ਦੈਨ ਵੀ ਹੈਵ ਇਮੋਸ਼ਨਲ ਵਾਇਲੈਂਸ। ਇਮੋਸ਼ਨਲ ਵਾਇਲੈਂਸ ਜਦੋਂ ਤੁਹਾਨੂੰ ਕੋਈ ਫਿਜ਼ੀਕਲੀ ਨਹੀਂ, ਇਮੋਸ਼ਨਲੀ ਹਰਟ ਕਰਦਾ ਆ, ਉਹਨੂੰ ਅਸੀਂ ਕਹਿੰਦੇ ਹਾਂ ਇਮੋਸ਼ਨਲ ਵਾਇਲੈਂਸ। ਜਿਹਦੇ ਵਿੱਚ ਤੁਹਾਨੂੰ ਕੋਈ ਗਾਲੀ ਗਲੋਚ ਅਗਰ ਕਰਦਾ ਆ ਜਾਂ ਕਿਸੇ ਨੂੰ ਕੋਈ ਬੁਰਾ ਫੀਲ ਕਰਾਉਂਦਾ ਆ, ਠੀਕ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅਗਰ ਕਿਸੇ ਨੂੰ ਕਿਸੇ ਵੀ ਤਰੀਕੇ ਨਾਲ ਪਰੇਸ਼ਾਨ ਕਰਨਾ, ਤੰਗ ਕਰਨਾ, ਜਿਹੜਾ ਕਿਸੇ ਵੱਲ ਇਸ ਤਰੀਕੇ ਨਾਲ ਦੇਖਣਾ ਵੀ ਜਿਹਦੇ ਨਾਲ ਉਹ ਅਨਕੰਫਰਟੇਬਲ ਫੀਲ ਕਰੇ, ਦੈਟ ਕਮਸ ਅੰਡਰ ਇਮੋਸ਼ਨਲ ਵਾਇਲੈਂਸ। ਸਿਮਿਲਰਲੀ ਸਾਈਕੋਲੋਜੀਕਲ ਵਾਇਲੈਂਸ ਕੋਈ ਇਸ ਤਰ੍ਹਾਂ ਦਾ ਐਕਟ ਕਿਸੇ ਪਰਸਨ ਦਾ ਜਾਂ ਇਸ ਤਰ੍ਹਾਂ ਦੇ ਯੂਜ਼ ਆਫ ਪਾਵਰ ਜਿਹਦੇ ਕਰਕੇ ਤੁਸੀਂ ਸਾਈਕੋਲੋਜੀਕਲੀ ਕਿਸੇ ਨੂੰ ਦਬਾਉਂਦੇ ਆ, ਸਟ੍ਰੈਸ ਕਰਦੇ ਆ, ਇਹ ਸਾਰਾ ਵੀ ਵਾਇਲੈਂਸ ਦੇ ਅੰਡਰ ਆਉਂਦਾ ਆ। ਦੈਨ ਕਮਸ ਚਾਈਲਡ ਅਬਿਊਜ਼ ਇਨ ਫੈਮਲੀਜ਼। ਚਾਈਲਡ ਅਬਿਊਜ਼ ਇਨ ਫੈਮਲੀ, ਅਗਰ ਬੱਚੇ ਨੂੰ ਕਿਸੇ ਵੀ ਤਰੀਕੇ ਨਾਲ ਦਬਾਇਆ ਜਾਂਦਾ, ਉਹਦੀ ਨੈਚੁਰਲ ਗਰੋਥ ਨੂੰ ਰੋਕਿਆ ਜਾਂਦਾ ਆ, ਜਿਹਦੇ ਵਿੱਚ ਤੁਸੀਂ ਉਹਦੇ ਵਿੱਚ ਇਨਕਲੂਡ ਕਰ ਸਕਦੇ ਆ ਕਿ ਅਗਰੈਸ਼ਨ ਦੇ ਨਾਲ ਅਗਰ ਕਿਸੇ ਨਾਲ ਤੁਸੀਂ ਬੱਚੇ ਨਾਲ ਕਰਦੇ, ਉਹਦੇ ਜਿਹੜੇ ਰਾਈਟਸ ਆ ਉਹਨਾਂ ਨੂੰ ਵਾਇਲੇਟ ਕਰਦੇ ਹੋ, ਉਹਨੂੰ ਪੜ੍ਹਨ ਦਾ ਰਾਈਟ ਹੈ, ਲਾਈਫ ਦਾ ਰਾਈਟ ਹੈ, ਲਿਬਰਟੀ ਦਾ ਰਾਈਟ, ਅਗਰ ਇਹ ਸਾਰੇ ਰਾਈਟਸ ਵਾਇਲੇਟ ਹੁੰਦੇ ਆ, ਦੇ ਆਰ ਆਲ ਇਨਕਲੂਡਡ ਇਨ ਚਾਈਲਡ ਅਬਿਊਜ਼। then we have the other thing that is in workplaces also। ਜਿੱਥੇ ਤੁਸੀਂ ਕੰਮ ਕਰਦੇ ਆ, ਅਗਰ ਉੱਥੇ ਤੁਹਾਨੂੰ ਅਨਇਕੁਅਲ ਵੇਜਸ ਮਿਲਦੀਆਂ ਇਕਨੋਮਿਕਲੀ, ਇਹਨੂੰ ਅਸੀਂ ਇਕਨੋਮਿਕ ਵਾਇਲੈਂਸ ਵੀ ਬੋਲਦੇ ਹਾਂ ਕਿ ਸੇਮ ਕੰਮ ਦੇ ਲਈ ਅਗਰ ਇੱਕ ਪਰਸਨ ਨੂੰ ਜ਼ਿਆਦਾ ਪੇ ਮਿਲ ਰਹੀ ਹੈ, ਦੂਸਰੇ ਨੂੰ ਸੇਮ ਕੰਮ ਦੇ ਲਈ ਘੱਟ, ਅੰਡਰ ਪੇਡ ਆ, ਦੈਟ ਇਜ਼ ਅਗੇਨ ਅ ਵਾਇਲੈਂਸ। ਅਗਰ ਤੁਹਾਨੂੰ ਸੈਲਰੀ ਨਹੀਂ ਮਿਲ ਰਹੀ, ਕੰਮ ਕਰ ਰਹੇ ਹੋ ਜਾਂ ਸੈਲਰੀ ਡਿਲੇ ਹੋ ਰਹੀ ਹੈ, ਉਹ ਵੀ ਇੱਕ ਤੁਹਾਡੇ ਨਾਲ ਤਸ਼ੱਦਦ ਹੈ, ਉਹ ਵੀ ਇੱਕ ਵਾਇਲੈਂਸ ਹੈ। ਸੋ ਵਾਇਲੈਂਸ ਅਗੇਂਸਟ ਵੂਮੈਨ ਦੇ ਵਿੱਚ ਅਸੀਂ ਦੇਖਿਆ ਕਿ ਵੂਮੈਨ ਨੂੰ ਡੋਮੈਸਟਿਕ ਔਰ ਵਰਕ ਪਲੇਸਿਸ 'ਤੇ, ਈਵਨ ਤੁਸੀਂ ਉਹ ਕਿ ਸੋਸ਼ਲ ਮੀਡੀਆ 'ਤੇ, ਰੋਡ ਸਾਈਡ 'ਤੇ, ਪਬਲਿਕ ਟਰਾਂਸਪੋਰਟ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਅਗਰ ਤੁਹਾਨੂੰ ਫਿਜ਼ੀਕਲੀ, ਮੈਂਟਲੀ, ਇਮੋਸ਼ਨਲੀ ਅਗਰ ਕੋਈ ਹਾਰਮ ਕਰਦਾ ਆ ਤਾਂ ਦੈਟ ਕਮਸ ਅੰਡਰ ਵਾਇਲੈਂਸ ਅਗੇਂਸਟ ਵੂਮੈਨ ਐਂਡ ਆਲ ਦੈਟ ਆਰ ਪ੍ਰੀਵੈਂਟਿਵ ਵਿਦ the law। So now we are going to discuss the type of violence against children। children ਜਿਹੜੇ ਸਾਡੇ ਬੱਚੇ ਹੁੰਦੇ ਆ, ਸਭ ਤੋਂ ਜ਼ਿਆਦਾ ਵਨਰੇਬਲ ਪਾਰਟ ਹੈ ਸਾਡੇ ਸੋਸਾਇਟੀ ਦਾ, ਜਿਹੜੇ ਵਾਇਲੈਂਸ ਨੂੰ ਫੇਸ ਕਰਦੇ ਆ, ਕਿਉਂਕਿ ਉਹ ਰਿਟੈਲੀਏਟ ਨਹੀਂ ਕਰ ਸਕਦੇ, ਉਹ ਜਵਾਬ ਨਹੀਂ ਦੇ ਸਕਦੇ, ਉਹ ਛੋਟੇ ਹੁੰਦੇ ਆ, ਮਾਸੂਮ ਹੁੰਦੇ ਆ, ਔਰ ਉਹ ਫਿਜ਼ੀਕਲੀ ਵੀ ਵੀਕ ਹੁੰਦੇ ਆ, ਜਿਹਦੇ ਕਰਕੇ ਉਹ ਸਭ ਤੋਂ ਜ਼ਿਆਦਾ ਸ਼ਿਕਾਰ ਹੁੰਦੇ ਆ ਵਾਇਲੈਂਸ ਦਾ। ਤੋਂ ਸਭ ਤੋਂ ਪਹਿਲਾਂ ਆਉਂਦਾ ਆ ਫਿਜ਼ੀਕਲ ਵਾਇਲੈਂਸ, ਜਿਹੜਾ ਬੱਚਿਆਂ ਦੇ ਵਿੱਚ ਹੈ। ਉਹਦੇ ਵਿੱਚ ਤੁਹਾਡੇ ਫੈਮਿਲੀ ਮੈਂਬਰ ਹੋ ਸਕਦੇ, ਤੁਹਾਡੇ ਸਕੂਲ 'ਚ ਹੋ ਸਕਦੇ, ਕੋਈ ਤੁਹਾਡੇ ਕਲਾਸਮੇਟ ਹੋ ਸਕਦੇ ਜਿਹੜੇ ਬੁਲੀ ਕਰਦੇ ਆ ਬੱਚੇ ਨੂੰ, ਤੋਂ ਜਿਹਦੇ ਵਿੱਚ ਮਾਰਨਾ, ਕੁੱਟਣਾ, ਹੈ ਨਾ, ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਫਿਜ਼ੀਕਲੀ ਹਾਰਮ ਪਹੁੰਚਾਉਣਾ, ਇਹ ਸਾਡੇ ਫਿਜ਼ੀਕਲ ਵਾਇਲੈਂਸ ਦੇ ਵਿੱਚ ਆਉਂਦਾ ਆ। ਤੋ ਈਵਨ ਕਿ ਘਰ ਦੇ ਸੈਟਅਪ ਦੇ ਵਿੱਚ ਕਈ ਵਾਰ ਪੇਰੈਂਟਸ ਇਸ ਤਰ੍ਹਾਂ ਤਰੀਕੇ ਦੇ ਨਾਲ ਬੱਚਿਆਂ ਨੂੰ ਇਹਦੇ ਨਾਲ ਕੰਪੇਅਰ ਕਰਕੇ ਵੀ ਉਹਨਾਂ ਨੂੰ ਫਿਜ਼ੀਕਲੀ ਟੌਰਚਰ ਕਰਦੇ ਆ। ਫਿਰ ਸਾਡੇ ਕੋਲ ਆ ਜਾਂਦਾ ਹੈ ਸੈਕਸੁਅਲ ਅਬਿਊਜ਼। ਸੈਕਸੁਅਲ ਅਬਿਊਜ਼ ਬੱਚੇ ਇਹਦੇ ਵਿੱਚ ਵੀ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਸਫਰ ਕਰਦੇ ਆ।
ਸੈਕਸੁਅਲ ਅਬਿਊਜ਼ ਬੱਚਿਆਂ ਦੇ ਕੇਸ ਦੇ ਵਿੱਚ ਹੁੰਦਾ ਕਿ ਜਦੋਂ ਕੋਈ ਬੱਚਾ ਕਿਸੇ ਅਡਲਟ ਬੰਦੇ ਦਾ ਪਾਰਟਨਰ ਬਣਨ ਦੇ ਲਈ ਸੈਕਸੁਅਲ ਇੰਟਰਕੋਰਸ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੀ ਸੈਕਸੁਅਲ ਐਕਟੀਵਿਟੀ ਦੇ ਵਿੱਚ ਅਗਰ ਬੱਚੇ ਨੂੰ ਫੋਰਸ ਕੀਤਾ ਜਾਂਦਾ ਆ ਜਿਹੜਾ ਕਿ 18 ਸਾਲ ਤੋਂ ਛੋਟਾ ਆ, ਉਹ ਸੈਕਸੁਅਲ ਅਬਿਊਜ਼ ਅਗੇਂਸਟ ਚਿਲਡਰਨ ਦੇ ਅੰਡਰ ਆਉਂਦਾ ਆ। ਸੋ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਦੱਸਦੇ ਹਾਂ ਜਿੱਦਾਂ ਕਿ ਬੈਡ ਟੱਚ ਅਤੇ ਗੁੱਡ ਟੱਚ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਅਗਰ ਕਿਸੇ ਨੂੰ ਗਲਤ ਤਰੀਕੇ ਨਾਲ ਟੱਚ ਕਰਨਾ ਕਿਸੇ ਬੱਚੇ ਨੂੰ, ਉਹ ਵੀ ਸੈਕਸੁਅਲ ਅਬਿਊਜ਼ ਦਾ ਹੀ ਪਾਰਟ ਹੈ। ਦੈਨ ਨੈਕਸਟ ਇਜ਼ ਇਮੋਸ਼ਨਲ ਔਰ ਵਰਬਲ ਹਾਰਮ। ਇਹ ਸਭ ਤੋਂ ਜ਼ਿਆਦਾ ਹਾਰਮਫੁਲ ਹੈ। ਕਿਸੇ ਨੂੰ ਬਾਰ-ਬਾਰ ਬੁਰਾ ਫੀਲ ਕਰਾਉਣਾ, ਕਿਸੇ ਨੂੰ ਛੋਟਾ ਫੀਲ ਕਰਾਉਣਾ, ਉਹਦੀ ਜਾਤ ਦੇ ਨਾਮ 'ਤੇ, ਉਹਦੇ ਰੰਗ ਦੇ ਆਧਾਰ 'ਤੇ, ਉਹਦੀ ਇੰਟੈਲੀਜੈਂਸੀ ਦੇ ਆਧਾਰ 'ਤੇ, ਉਹਦੇ ਫੈਮਿਲੀ ਦੇ ਆਧਾਰ 'ਤੇ, ਉਹਦੇ ਅਮੀਰ ਗਰੀਬ ਹੋਣ ਦੇ ਆਧਾਰ 'ਤੇ ਅਗਰ ਤੁਸੀਂ ਕਿਸੇ ਨੂੰ ਇਮੋਸ਼ਨਲੀ ਬੋਲ ਕੇ ਉਹਨੂੰ ਬੁਰਾ ਫੀਲ ਕਰਾਉਂਦੇ ਹੋ ਅਤੇ ਉਹ ਉਹਦੀ ਸਾਰੀ ਜ਼ਿੰਦਗੀ ਲਈ ਉਹ ਬੱਚਾ ਜਿਹੜਾ ਆ ਉਹ ਉਸ ਚੀਜ਼ ਨੂੰ ਲੈ ਕੇ ਬੈਠਦਾ ਹੈ ਕਿ ਉਹ ਪਤਾ ਨਹੀਂ ਸੱਚੀ ਕਮਤਰ ਹੈ ਬਾਕੀਆਂ ਦੇ ਨਾਲੋਂ। ਉਹ ਜਦੋਂ ਤੁਸੀਂ ਛੋਟੇ ਹੁੰਦੇ ਹੀ ਅਗਰ ਉਹ ਇਸ ਚੀਜ਼ ਨੂੰ ਫੇਸ ਕਰਦਾ ਆ ਤਾਂ ਉਹ ਵੱਡਾ ਹੋ ਕੇ ਵੀ ਕਿਤੇ ਜੋਬ 'ਤੇ ਜਾਏਗਾ, ਕਿਤੇ ਇੰਟਰਵਿਊ 'ਤੇ ਜਾਏਗਾ ਤਾਂ ਉਹਦੇ ਅੰਦਰ ਇਹ ਕਮਤਰੀ ਦਾ ਅਹਿਸਾਸ ਜ਼ਿੰਦਗੀ ਭਰ ਲਈ ਬਣ ਜਾਂਦਾ ਹੈ। ਜਦੋਂ ਅਸੀਂ ਬੱਚੇ ਨੂੰ ਬਾਰ-ਬਾਰ ਕਹਿੰਦੇ ਹਾਂ ਕਿ ਤੂੰ ਹੀ ਕੁਛ ਕੀਤਾ ਹੋਣਾ ਹੈ, ਤੇਰੇ ਨਾਲ ਇੱਦਾਂ ਕਿਉਂ ਹੋਇਆ, ਤੂੰ ਹੀ ਗਲਤ ਹੋਣਾ ਆ। ਅਗਰ ਬੱਚਾ ਸਾਨੂੰ ਕਿਸੇ ਚੀਜ਼ ਦੀ ਰਿਪੋਰਟ ਕਰਦਾ ਨਾ ਘਰ ਆ ਕੇ ਕਿ ਸਕੂਲ 'ਚ ਮੈਨੂੰ ਟੀਚਰ ਨੇ ਇੱਦਾਂ ਕਿਹਾ ਜਾਂ ਮੇਰੇ ਨਾਲਦਿਆਂ ਨੇ ਮੈਨੂੰ ਇੱਦਾਂ ਕਿਹਾ ਜਾਂ ਗਰਾਊਂਡ 'ਚ ਇਸ ਤਰੀਕੇ ਨਾਲ ਹੋਇਆ, ਤਾਂ ਸਭ ਤੋਂ ਪਹਿਲਾਂ ਜ਼ਿਆਦਾਤਰ ਇਹ ਹੁੰਦਾ ਹੈ ਕਿ ਤੂੰ ਕੀ ਕੀਤਾ ਸੀ, ਤੇਰੀ ਵੀ ਕੋਈ ਗਲਤੀ ਹੋਣੀ ਆ, ਤੇਰੇ ਨਾਲ ਹੀ ਇੱਦਾਂ ਕਿਉਂ ਹੁੰਦਾ। ਤਾਂ ਜਦੋਂ ਆਪਾਂ ਇਸ ਤਰ੍ਹਾਂ ਦੇ ਬੱਚੇ ਨੂੰ ਸੁਣਨ ਦੀ ਬਜਾਏ ਉਹਨੂੰ ਕਾਊਂਟਰ ਕੁਐਸਚਨ ਕਰਦੇ ਹਾਂ ਤਾਂ ਬੱਚਾ ਸਾਡੇ ਨਾਲ ਫਿਰ ਇੱਕ ਤਾਂ ਉਹ ਗੱਲ ਨਹੀਂ ਕਰਦਾ ਦੁਬਾਰਾ ਇਸ ਵਿਸ਼ੇ 'ਤੇ, ਉਹ ਆਪਣੇ ਆਪ ਨੂੰ ਗਿਲਟੀ ਸਮਝਣ ਲੱਗ ਜਾਂਦਾ ਕਿ ਸ਼ਾਇਦ ਮੇਰੀ ਹੀ ਗਲਤੀ ਹੈ ਜਾਂ ਮੈਂ ਹੀ ਇੱਦਾਂ ਦਾ, ਸ਼ਾਇਦ ਮੇਰੇ ਨਾਲ ਇਸ ਤਰੀਕੇ ਨਾਲ ਹੋ ਰਿਹਾ। ਅਤੇ ਉਹ ਕਮੀ ਉਹਦੇ ਲਈ ਸਾਰੀ ਜ਼ਿੰਦਗੀ ਲਈ ਉਹਦੇ 'ਚ ਇਹ ਕਮਤਰੀ ਦਾ ਅਹਿਸਾਸ, ਇਨਫੀਰੀਅਰਿਟੀ ਕੰਪਲੈਕਸ ਜਿਹੜਾ ਆ ਜਾਂਦਾ ਹੈ ਜਦੋਂ ਉਹਨੂੰ ਵਰਬਲੀ ਹਾਰਮ ਕੀਤਾ ਜਾਂਦਾ ਹੈ, ਬੋਲ ਕੇ ਉਹਨੂੰ ਫੀਲ ਕਰਾਇਆ ਜਾਂਦਾ ਹੈ। ਨੈਕਸਟ ਇਜ਼ ਨੈਗਲੈਕਟ ਐਂਡ ਅਬੰਡਨਮੈਂਟ। ਇਹ ਫੈਮਿਲੀ ਦੁਆਰਾ ਵੀ ਹੋ ਸਕਦਾ ਕਿ ਕਿਸੇ ਬੱਚੇ ਨੂੰ ਪੂਰਾ ਨਰਿਸ਼ਮੈਂਟ ਨਹੀਂ ਦੇਣਾ, ਉਹਨੂੰ ਪੜ੍ਹਾਈ ਤੋਂ ਪਰੇ ਰੱਖਣਾ, ਉਹਨੂੰ ਕੰਮ 'ਤੇ ਲਾ ਦੇਣਾ, ਹੈ ਨਾ, ਉਹਨੂੰ ਨੈਗਲੈਕਟ ਕਰਨਾ, ਉਹਦੀ ਹਾਈਜੀਨ ਦਾ, ਸੁਪਰਵਿਜ਼ਨ ਦਾ, ਗਾਈਡੈਂਸ ਦਾ, ਇਹ ਸਾਰੀਆਂ ਚੀਜ਼ਾਂ ਦਾ ਜੋ ਬੱਚੇ ਦੀ ਗਰੋਥ ਦੇ ਲਈ ਜ਼ਰੂਰੀ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਅਗਰ ਅਸੀਂ ਨੈਗਲੈਕਟ ਕਰਦੇ ਹਾਂ ਤਾਂ ਉਹ ਆਉਂਦਾ ਹੈ ਵਾਇਲੈਂਸ ਅਗੇਂਸਟ ਚਿਲਡਰਨ ਦੇ ਅੰਡਰ। ਸੋ ਅਸੀਂ ਇਹਦੇ 'ਚ ਦੇਖਿਆ ਕਿ ਕਿਸ ਤਰੀਕੇ ਨਾਲ ਇਹ ਜਿਹੜੇ ਐਕਟ ਆ ਸੋਸਾਇਟੀ ਦੇ ਵਿੱਚ ਕਿੰਨੇ ਪ੍ਰੀਵੈਲੈਂਟ ਆ, ਕਿੰਨੇ ਕਾਮਨ ਆ, ਬਟ ਦੇ ਆਰ ਆਲ ਦੀ ਐਕਟ ਆਫ ਵਾਇਲੈਂਸ। ਚਾਹੇ ਉਹ ਕਿਸੇ ਨੂੰ ਇਮੋਸ਼ਨਲੀ ਹਾਰਮ ਕਰ ਰਹੇ ਆ, ਚਾਹੇ ਕਿਸੇ ਨੂੰ ਸਾਈਕੋਲੋਜੀਕਲੀ ਹਾਰਮ ਕਰ ਰਹੇ ਆ, ਫਿਜ਼ੀਕਲ ਹਾਰਮ ਕਰ ਰਹੇ ਆ, ਕਿਸੇ ਦੀ ਲਾਈਫ ਨੂੰ ਸਟਰੈਸਫੁਲ ਬਣਾ ਰਹੇ ਆ। ਈਵਨ ਦੇਖੋ ਅਗਰ ਕੋਈ ਤੁਹਾਡੇ ਵੱਲ ਇਸ ਤਰੀਕੇ ਨਾਲ ਦੇਖਦਾ ਆ ਕਿ ਤੁਹਾਨੂੰ ਉਹ ਬੁਰਾ ਲੱਗ ਰਿਹਾ, ਬੁਰਾ ਫੀਲ ਹੋ ਰਿਹਾ, ਤੁਹਾਨੂੰ ਅਨਕੰਫਰਟੇਬਲ ਫੀਲ ਹੋ ਰਿਹਾ, ਦੈਨ ਈਵਨ ਦੈਟ ਐਕਟ ਇਜ਼ ਐਕਟ ਆਫ ਵਾਇਲੈਂਸ ਅਗੇਂਸਟ ਯੂ। ਅਗਰ ਕੋਈ ਤੁਹਾਨੂੰ ਪਿੱਛਾ ਕਰ ਰਿਹਾ ਆ, ਤੁਸੀਂ ਸੜਕ 'ਤੇ ਜਾ ਰਹੇ ਹੋ, ਰੋਜ਼ ਤੁਹਾਡੇ ਪਿੱਛੇ ਕੋਈ ਆ ਰਿਹਾ ਤਾਂ ਉਹ ਵੀ ਫੋਲੋ ਕਰ ਰਿਹਾ, ਉਹ ਵੀ ਇੱਕ ਐਕਟ ਆਫ ਵਾਇਲੈਂਸ ਹੈ ਔਰ ਇਹ ਪਨਿਸ਼ੇਬਲ ਆ। ਅਗਰ ਤੁਹਾਨੂੰ ਸੋਸ਼ਲ ਮੀਡੀਆ 'ਤੇ ਕੋਈ ਕਮੈਂਟ ਇਸ ਤਰੀਕੇ ਦੇ ਪਾ ਰਿਹਾ ਆ ਜਿਹੜੇ ਤੁਹਾਨੂੰ ਅਨਕੰਫਰਟੇਬਲ ਫੀਲ ਕਰ ਰਹੇ, ਸੋਸ਼ਲੀ ਤੁਹਾਡੀ ਇਮੇਜ ਨੂੰ ਡੈਮੇਜ ਕਰ ਰਹੇ ਆ, ਦੇ ਆਰ ਆਲ ਐਕਟ ਆਫ ਵਾਇਲੈਂਸ। ਸੋ ਬਹੁਤ ਹੀ ਬਰੋਡ ਟੋਪਿਕ ਹੈ ਇਹ ਡਿਸਕਸ ਕਰਨ ਦੇ ਲਈ। ਸੋ ਮੈਂ ਇੱਥੇ ਹੀ ਇਹਨੂੰ ਬੰਦ ਕਰਦੀ ਹਾਂ। ਮੈਂ ਚਾਹੂੰਗੀ ਕਿ ਤੁਸੀਂ ਇਹ ਸਾਰੀ ਜਿਹੜੀ PPT ਆ ਇਹਨੂੰ ਤੁਸੀਂ ਧਿਆਨ ਨਾਲ ਪੜ੍ਹੋ ਔਰ ਇਹਦੇ ਵਿੱਚੋਂ ਹਰ ਇੱਕ ਚੀਜ਼ ਨੇ ਕੰਸੈਪਟ ਨੂੰ ਸਮਝੋ ਔਰ ਅਵੇਅਰ ਹੋਵੋ ਤੁਸੀਂ ਖੁਦ ਵੀ ਔਰ ਆਪਣੇ ਨੀਅਰ ਡੀਅਰ ਜਿਹੜੇ ਤੁਹਾਡੇ ਸਰਕਲ ਦੇ ਵਿੱਚ ਲੋਕ ਆ ਉਹਨਾਂ ਨੂੰ ਵੀ ਇਸ ਚੀਜ਼ਾਂ ਬਾਰੇ ਜਾਣਕਾਰੀ ਦਿਓ ਕਿ ਕਿਹੜੀ ਚੀਜ਼ ਜਿਹੜੀ ਆ ਉਹ ਵਾਇਲੈਂਸ ਦੇ ਅੰਦਰ ਆਉਂਦੀ ਆ ਔਰ ਪਨਿਸ਼ੇਬਲ ਆ। ਥੈਂਕ ਯੂ very much.